ਦੋਸਤੋ ਅਮਰੀਕਨ ਇਮੀਗ੍ਰੇਸ਼ਨ ਦੇ ਮੁਤਲਕ ਅਮਰੀਕਨ ਇਮੀਗ੍ਰੈਂਟਸ ਵੱਲੋਂ ਮੌਜੂਦਾ ਹਾਲਾਤ ਦੇ ਹਿਸਾਬ ਨਾਲ ਮੇਰੇ ਕੋਲ 5 ਸਵਾਲ ਆਏ ਨੇ। 5 ਬੰਦਿਆਂ ਨੇ 5 ਸਵਾਲ ਕੀਤੇ ਨੇ। ਇਹ 5 ਸਵਾਲਾਂ ਦਾ ਜਵਾਬ ਮੈਂ ਅੱਜ ਇਸ ਇੱਕੋ ਵੀਡੀਓ 'ਚ ਦਾਂਗਾ ਤਾਂ ਕਿ ਤੁਹਾਡਾ ਟਾਈਮ ਬਚੇ। 18 ਮਈ 2026 ਹੈ, ਮੰਡੇ ਦਾ ਦਿਨ ਹੈ। ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਓ, ਤੁਹਾਡਾ ਆਪਣਾ ਪੰਜਾਬੀ ਚੈਨਲ ਹੈ, ਔਰ ਵੀਡੀਓ ਨੂੰ ਆਖਰ ਤੱਕ ਦੇਖਣਾ। ਦੋਸਤੋ ਪਹਿਲਾ ਸਵਾਲ, ਬੋਬੀ ਭਾਈ ਗ੍ਰੀਨ ਕਾਰਡ ਮਿਲ ਗਿਆ, ਨਵਾਂ ਗ੍ਰੀਨ ਕਾਰਡ ਹੈ ਮੇਰੇ ਕੋਲੋਂ। ਹੁਣ ਦੱਸੋ ਮੈਂ ਆਪਣੇ ਮੁਲਕ ਜਾਣਾ, ਆਪਣੀ ਫੈਮਿਲੀ ਨੂੰ ਮਿਲਣ ਜਾਣਾ ਹੈ ਤੇ ਮੈਂ ਕਿੰਨੇ ਅਰਸੇ ਬਾਅਦ ਜਾ ਸਕਣਾ ਵਾ। ਦੋਸਤੋ USCIS ਨੇ ਕੋਈ ਗਾਈਡਲਾਈਨ ਨਹੀਂ ਦਿੱਤੀ। ਇਹ ਜਿੰਨੀ ਵੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵਾਂ ਇਹ ਸਾਰੀ ਕੈਟੇਗਰੀਆਂ ਦੇ ਮੁਤਲਕ ਸਵਾਏ ਅਸਾਈਲਮ ਦੇ। ਜੇ ਤੁਸੀਂ ਅਸਾਈਲਮ ਦੇ ਥਰੂ ਗ੍ਰੀਨ ਕਾਰਡ ਲਿਆ ਉਹਦੇ ਮੁਤਲਕ ਮੈਂ ਗੱਲ ਨਹੀਂ ਕਰ ਰਿਹਾ। ਮੈਂ ਸਿਰਫ ਔਰ ਸਿਰਫ ਉਹਦੇ ਮੁਤਲਕ ਕਰ ਰਿਹਾ ਕਿ ਤੁਸੀਂ ਵਰਕ ਦੇ ਥਰੂ ਲਿਆ, ਤੁਸੀਂ ਫੈਮਿਲੀ ਦੇ ਥਰੂ ਲਿਆ, ਤੁਸੀਂ ਜਿਸ ਨਾਲ ਵੀ ਹੋਰ ਕਿਸੇ ਤਰੀਕੇ ਨਾਲ ਲਿਆ ਅਦਰ ਦੈਨ ਅਸਾਈਲਮ, ਉਹਨਾਂ ਸਭ ਵਾਸਤੇ ਕੋਈ ਗਾਈਡਲਾਈਨ ਨਹੀਂ ਗੀ। ਅੱਜ ਗ੍ਰੀਨ ਕਾਰਡ ਮਿਲਿਆ, ਕੱਲ ਜਾਸਤੇ ਭਾਈਓ ਤੁਹਾਨੂੰ ਕੋਈ ਪੁੱਛਣਾ, ਕੋਈ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੋਏਗਾ ਕਿ ਤੈਨੂੰ ਗ੍ਰੀਨ ਕਾਰਡ ਤਾਂ ਤੂੰ ਨਾਲ ਹੀ ਆਪਣੇ ਮੁਲਕ ਚਲਾਂਗੇ। ਕੋਈ ਐਸਾ ਕਾਨੂੰਨ ਨਹੀਂ ਗਾ, ਕੋਈ ਇੱਕ ਲਾਈਨ ਵੀ ਨਹੀਂ ਇਹਦੇ ਮੁਤਲਕ ਲਿਖੀ। 1 ਘੰਟੇ 'ਚ ਬਹਿ ਜਾਓ ਜਹਾਜ਼ 'ਚ, 1 ਦਿਨ 'ਚ ਬੈਠੋ, 1 ਸਾਲ ਬਾਅਦ ਜਾਓ, ਜੋ ਤੁਹਾਡੀ ਮਰਜ਼ੀ ਕਰੋ। ਤੁਹਾਡੇ ਕੋਲ 10 ਸਾਲ ਦਾ ਗ੍ਰੀਨ ਕਾਰਡ ਹੈ, ਹੱਤਾਂ ਕਿ ਕੰਡੀਸ਼ਨਲ ਗ੍ਰੀਨ ਕਾਰਡ ਵਾਲਾ ਵੀ ਜਾ ਸਕਦਾ ਹੈ, ਉਹਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਹੈਗਾ। ਬਸ ਇਹ ਹੋਵੇ ਕਿ ਟਾਈਮ ਤੇ ਵਾਪਸ ਆਣਾ, 180 ਦਿਨਾਂ ਤੋਂ ਪਹਿਲੇ ਵਾਪਸ ਆ ਜਾਓ ਤਾਂ ਕਿ ਤੁਹਾਡੀ ਸਿਟੀਜ਼ਨਸ਼ਿਪ ਦਾ ਟਾਈਮ ਵੀ ਕਾਊਂਟ ਹੋਵੇ ਔਰ ਤੁਹਾਡੇ ਕੋਲ ਕੋਈ ਸਵਾਲ ਵੀ ਨਾ ਹੋਵੇ। ਪਹਿਲੇ ਸਵਾਲ ਦਾ ਜਵਾਬ ਆ ਗਿਆ, ਜਦੋਂ ਮਰਜ਼ੀ ਜਾਓ। ਦੂਜਾ ਸਵਾਲ, ਅਸੀਂ ਇੰਟਰਵਿਊ ਦੇਣ ਗਏ, ਸਾਡੇ ਤੇ ਇਤਰਾਜ਼ ਲੱਗ ਗਿਆ ਕਿ ਸਾਨੂੰ ਸ਼ੱਕ ਹੈ ਕਿ ਤੁਸੀਂ ਜਿਹੜਾ ਨਾ ਉੱਥੇ ਜਾ ਕੇ, ਉਹਦਾ ਫੈਮਿਲੀ ਇੰਟਰਵਿਊ ਇਮੀਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਉੱਥੇ ਜਾ ਕੇ ਨਾ ਪਬਲਿਕ ਚਾਰਜ ਲੈਣਾ ਹੈ, ਯਾਨੀ ਕਿ ਤੁਸੀਂ ਵੈਲਫੇਅਰ ਲੈਣੀ ਹੈ। ਇਸ ਵਾਸਤੇ ਅਸੀਂ ਤੁਹਾਡਾ ਵੀਜ਼ਾ ਰਿਫਿਊਜ਼ ਕਰ ਰਹੇ ਹਾਂ। ਅਗਰ ਤੁਸੀਂ ਸਮਝੋ ਕਿ ਤੁਹਾਡਾ I-864 ਸਟਰੋਂਗ ਹੋ ਸਕਦਾ ਹੈ, ਸਟਰੋਂਗ ਤੁਹਾਨੂੰ ਸਪਾਂਸਰ ਮਿਲ ਸਕਦਾ ਹੈ, ਤੇ ਦੁਬਾਰਾ I-864 ਜਮ੍ਹਾਂ ਕਰਵਾਓ, ਨਾਲ ਆਪਣੇ ਡਾਕੂਮੈਂਟਸ ਲਾਓ। ਹੁਣ ਇਸ ਸਵਾਲ ਦਾ ਜਵਾਬ ਤੁਸੀਂ ਮੇਰੇ ਕੋਲ ਕੀ ਸਵਾਲ ਪੁੱਛ ਰਹੇ ਹੋ ਕਿ ਬੋਬੀ ਭਾਈ ਸਾਡਾ ਜਿਹੜਾ ਲੌਗਇਨ ਹੈ ਉਹ ਤੇ ਲਾ ਕੇ ਹੁਣ ਡਾਕੂਮੈਂਟ ਕਿੱਥੇ ਜਮ੍ਹਾਂ ਕਰਾਣੇ ਨੇ। ਹੁਣ ਇਹਦੇ 3 ਤਰੀਕੇ ਦੱਸਾਂਗਾ। ਪਹਿਲਾ ਤਰੀਕਾ ਕਿ ਅਗਰ ਤੁਹਾਨੂੰ ਪੇਪਰ ਦਿੰਦਾ ਨਾ, ਜਿਹੜੇ ਲੋਕਾਂ ਨੇ ਇਹ ਜਾਣਾ ਹੈ, ਇਹ ਉਹਨਾਂ ਵਾਸਤੇ ਵੇ ਫੌਰੀ ਤੌਰ ਤੇ ਉਹ ਪੁੱਛੋ ਕਿ ਤੁਸੀਂ ਸਾਨੂੰ ਡਾਕੂਮੈਂਟ ਜਮ੍ਹਾਂ ਕਰਾਉਣ ਦਾ ਕਹਿ ਰਹੇ ਆ, ਇਹ ਕਿਸ ਤਰ੍ਹਾਂ ਜਮ੍ਹਾਂ ਕਰਾਣੇ ਨੇ, ਸਾਨੂੰ ਵੀ ਦੱਸੋ ਤਾਂ ਕਿ ਸਾਡੇ ਕੋਲ ਵੀ ਮਜ਼ੀਦ ਇਲਮ ਆਵੇ। ਦੂਸਰਾ ਤਰੀਕਾ ਕਰ ਕਿ ਐਮਬੈਸੀ ਫੋਨ ਕਰੋ, ਜਿਹੜਾ ਬੜਾ ਮੁਸ਼ਕਲ ਹੈ, ਜਵਾਬ ਹੀ ਨਹੀਂ ਦਿੰਦੇ। ਤੀਸਰਾ ਤਰੀਕਾ ਕਰ ਕਿ ਜਿਹੜੀ ਕੋਰੀਅਰ ਕੰਪਨੀ ਅਮਰੀਕਨ ਐਮਬੈਸੀ ਦੇ ਨਾਲ ਅਟੈਚ ਹੈ, ਉਹਨਾਂ ਦੇ ਦਫ਼ਤਰ ਫੋਨ ਕਰੋ ਜਾਂ ਉਹਨਾਂ ਕੋਲ ਚਲੇ ਜਾਓ, ਉਹਨਾਂ ਨੂੰ ਕੋਈ ਯਾਰ ਕਿ ਅਸੀਂ ਇਹ ਡਾਕੂਮੈਂਟ ਸਾਨੂੰ ਕਿਹਾ ਉਹਨਾਂ ਨੇ, ਅਸੀਂ ਉਹਨਾਂ ਜਮ੍ਹਾਂ ਕਰਾਣੇ ਨੇ, ਸਾਨੂੰ ਤਰੀਕਾ ਦੱਸੋ ਅਸੀਂ ਕਿਸ ਤਰ੍ਹਾਂ ਜਮ੍ਹਾਂ ਕਰਵਾਣੇ ਨੇ। ਇਹ 3 ਤਰੀਕੇ ਮੇਰੇ ਕੋਲ ਨੇ। ਇਹਦੇ 'ਚ ਜੋ ਵੀ ਕੰਮ ਕਰਦਾ ਹੈ ਸਾਨੂੰ ਵੀ ਨਾਲ ਥੱਲੇ ਪਲੀਜ਼ ਕਮੈਂਟਸ 'ਚ ਦੱਸੋ। ਤੀਸਰਾ ਸਵਾਲ ਕਿ ਜਨਾਬ ਮੇਰਾ ਬੱਚਾ ਜਿਹੜਾ ਹੈ ਉਹ ਹੁਣ 23 ਸਾਲ ਦਾ ਹੋ ਗਿਆ, 24 ਸਾਲ ਦਾ ਹੋ ਗਿਆ, ਸਾਡਾ F4 ਵੀਜ਼ਾ ਅਪਲਾਈ ਹੋਇਆ, ਬੱਚਾ ਹੁਣ ਓਵਰ ਏਜ ਹੋ ਗਿਆ, ਹੁਣ ਦੱਸੋ ਕੀ ਕਰੀਏ। ਇਹਦਾ ਫਾਰਮੂਲਾ ਜਿਹੜਾ CSPA ਕਾਨੂੰਨ ਦਾ, ਚਾਈਲਡ ਪ੍ਰੋਟੈਕਸ਼ਨ ਦਾ, ਉਹ ਕਿਸ ਨਾਲ ਕੱਢਣਾ ਹੈ? ਬੜਾ ਆਸਾਨ ਤਰੀਕਾ ਕਾਰ ਹੈ, ਬੜੀ ਵਾਰੀ ਦੱਸ ਚੁੱਕਿਆ, ਮੈਂ ਦੁਬਾਰਾ ਦੱਸ ਰਿਹਾ ਵਾਂ। ਜਿਸ ਦਿਨ ਤੁਹਾਡੀ ਪਟੀਸ਼ਨ ਜਮ੍ਹਾਂ ਹੋਈ I-130 ਔਰ ਜਿਸ ਦਿਨ I-130 ਅਪਰੂਵ ਹੋਇਆ, ਉਹ ਸਾਰਾ ਟਾਈਮ ਤੁਸੀਂ ਬੱਚੇ ਦੀ ਉਮਰ ਚੋਂ ਕੱਢ ਲੈਣਾ। ਮਿਸਾਲ ਵੀ ਦੇ ਕੇ ਦੱਸਾਂਗਾ ਹੁਣੇ, 2 ਸੈਕਿੰਡ ਠਹਿਰ ਜਾਓ। ਉਹ ਤੁਸੀਂ ਸਾਲ ਉਹਦੇ ਚੋਂ ਕੱਢਣਾ। ਯਾਦ ਰੱਖੋ, ਇਹਦੇ ਵਿੱਚੋਂ ਜਦੋਂ ਕੇਸ ਅਪਰੂਵ ਹੋਇਆ, ਤੁਹਾਨੂੰ ਆਇਆ ਕਿ ਜੀ NVC 'ਚ ਤੁਹਾਡਾ ਕੇਸ ਚਲਾ ਗਿਆ, ਮੈਂ ਉਸ ਡੇਟ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ I-130 ਦੀ ਅਪਰੂਵਲ ਦੀ। ਹੁਣ ਫਾਰਮੂਲਾ ਕੀ ਹੈ? ਬੱਚੇ ਦੀ ਉਮਰ ਹੋ ਗਈ ਹੈ ਜੀ 23 ਸਾਲ, ਤੁਹਾਡਾ ਕੇਸ ਜਮ੍ਹਾਂ ਹੋਇਆ 2009 'ਚ, ਤੁਹਾਡਾ I-130 ਅਪਰੂਵ ਹੋਇਆ 2012 'ਚ, 3 ਸਾਲ ਹੋ ਗਏ। ਉਹ 3 ਸਾਲ ਤੁਸੀਂ ਬੱਚੇ ਦੀ ਉਮਰ ਚੋਂ ਕੱਢਣੇ ਨੇ ਤੇ ਤੁਹਾਡਾ ਬੱਚੇ ਦੀ ਉਮਰ ਹੋ ਜਾਣੀ ਹੈ 20 ਸਾਲ, ਕਿਉਂਕਿ ਵੇਟ ਕੀਤਾ ਨਾ, 20 ਸਾਲ ਹੋ ਗਈ, ਉਹ ਤੁਹਾਡਾ ਬੱਚਾ ਕੁਆਲੀਫਾਈ ਕਰ ਜਾਏਗਾ। ਸਿੱਧਾ ਜਿਹਾ ਆਸਾਨ ਜਿਹਾ CSPA ਦਾ ਕਾਨੂੰਨ ਹੈ, ਉਹ ਆਪ ਵੀ ਕਰਦੇ ਨੇ ਲੇਕਿਨ ਤੁਸੀਂ ਆਪ ਵੀ ਕਰ ਸਕਦੇ ਹੋ। ਇਹ 3 ਸਵਾਲ ਹੋ ਗਏ। ਚੌਥਾ ਸਵਾਲ ਜਨਾਬ ਵਾਲਾ ਜਿਹੜਾ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ ਉਹ ਇਹ ਵੇ ਕਿ ਜਦੋਂ ਅਸੀਂ ਅਸਾਈਲਮ ਅਪਲਾਈ ਜਦੋਂ ਅਸੀਂ ਕਰਨੇ ਆ I-864 ਜਮ੍ਹਾਂ ਕਰਵਾਉਣਾ ਹੈ, ਕਿਸੇ ਫੈਮਿਲੀ ਮੈਂਬਰ ਨੇ ਦੇਣਾ, ਹੁਣ ਜਿਨ੍ਹਾਂ ਨੇ ਸਾਨੂੰ ਪਟੀਸ਼ਨ ਸਾਡੀ ਦਾਇਰ ਕੀਤੀ ਹੈ, ਉਹ ਫੈਮਿਲੀ ਮੈਂਬਰ ਕਿਸ ਨਾਲ ਕਾਊਂਟ ਕਰਨੇ ਨੇ? ਬੜਾ ਆਸਾਨ ਫਾਰਮੂਲਾ ਹੈ। ਦੇਖੋ, ਜਿਹੜਾ ਪਟੀਸ਼ਨਰ ਜਿੰਨੇ ਤੁਹਾਨੂੰ ਸਪਾਂਸਰ ਦੇਣਾ ਹੈ, ਜੋ ਤੁਹਾਨੂੰ ਸਪਾਂਸਰ ਕਰ ਰਿਹਾ ਹੈ, ਉਹਦੀ ਫੈਮਿਲੀ ਗਿਣੀ ਜਾਏਗੀ। 2 ਮੀਆਂ ਬੀਵੀ ਨੇ, 2 ਬੱਚੇ ਨੇ, ਉਹ 4 ਹੋ ਗਏ। ਉਸ ਤੋਂ ਬਾਅਦ ਤੁਸੀਂ 4 ਬੰਦੇ ਜਾ ਰਹੇ ਹੋ, ਟੋਟਲ 8 ਹੋ ਗਏ। ਇਹਦੇ ਚੋਂ ਇੱਕ ਬੜੀ ਬਰੀਕ ਲਾਈਨ ਹੈ, ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਨਾ, ਅਗਰ ਉਹਦੇ ਬੱਚੇ 18 ਸਾਲ ਤੋਂ ਉੱਤੇ ਨੇ ਔਰ ਆਪਣਾ ਆਪ ਟੈਕਸ ਜਮ੍ਹਾਂ ਕਰਾਉਂਦੇ ਨੇ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ, ਫਿਰ ਇਹ 6 ਰਹਿ ਜਾਣਗੇ। ਅਗਰ ਉਹ ਬੱਚੇ 18 ਸਾਲ ਤੋਂ ਉੱਤੇ ਨੇ ਲੇਕਿਨ ਆਪਣੇ ਮਾਂ-ਪਿਓ ਦੇ ਟੈਕਸ ਦੇ ਵਿੱਚ ਐਜ਼ ਅ ਡਿਪੈਂਡੈਂਟ ਆਉਂਦੇ ਨੇ, ਫਿਰ ਉਹ ਸ਼ਾਮਲ ਹੋਣਗੇ। ਜਿੰਨੇ ਬੰਦੇ ਤੁਹਾਡੇ ਸਪਾਂਸਰ ਦੇ ਟੈਕਸ ਦੇ ਉੱਤੇ ਐਜ਼ ਅ ਡਿਪੈਂਡੈਂਟ ਆਉਂਦੇ ਨੇ, ਉਹ ਸਾਰੇ ਉਹਦੇ ਹਾਊਸ ਹੋਲਡ ਵਿੱਚ ਸ਼ਾਮਲ ਹੋਣਗੇ। ਹੁਣ ਅਗਰ ਉਹ ਬੱਚੇ 18 ਸਾਲ ਤੋਂ ਉੱਤੇ ਨੇ ਔਰ ਸ਼ਾਮਲ ਨੇ, ਡਿਪੈਂਡੈਂਟ ਨੇ, ਤੇ ਫਿਰ ਉਹ ਪੂਰੇ ਹੋ ਗਏ। ਅਗਰ 18 ਸਾਲ ਤੋਂ ਥੱਲੇ ਜਿੰਨੇ ਬੱਚੇ ਨੇ ਉਹ ਤੁਹਾਡੇ ਸਪਾਂਸਰ ਦੀ ਫੈਮਿਲੀ ਹਾਊਸ ਹੋਲਡ ਦੇ ਵਿੱਚ ਸ਼ਾਮਲ ਹੋਣਗੇ। ਹੁਣ 4 ਆਇਆ ਹੋ ਗਏ, 4 ਆਇਆ ਹੋ ਗਏ, 8 ਹੋ ਗਏ। ਹੁਣ ਇਨਕਮ ਕਿਸ ਤਰ੍ਹਾਂ ਦੇਖਣੀ ਹੈ? ਹਰ ਸਾਲ I-864 ਦੀ ਗਾਈਡਲਾਈਨ ਆਉਂਦੀ ਹੈ। ਇਸ ਸਾਲ ਦੀ I-864 ਤੇ ਤੁਸੀਂ ਗਾਈਡਲਾਈਨ ਦੇਖ ਲੈਣੀ ਹੈ ਕਿ 8 ਹਾਊਸ ਹੋਲਡ ਹੋਵੇ ਤੇ ਕਿੰਨੀ ਇਨਕਮ ਹੋਣੀ ਚਾਹੀਦੀ ਹੈ। ਬੜਾ ਆਸਾਨ ਜਿਹਾ ਫਾਰਮੂਲਾ, ਜੇ ਸਮਝਣਾ ਹੈ ਮੇਰੇ ਕੋਲ ਪੁੱਛ ਲੈਣਾ। 5ਵਾਂ ਤੇ ਆਖਰੀ ਸਵਾਲ,
ਬੋਬੀ ਭਾਈ ਸਾਡਾ ਅਸਾਈਲਮ ਅਪਲਾਈ ਹੋਇਆ, ਅਸਾਈਲਮ ਸੀਕਰ ਆ, ਇਹ ਇੰਟਰਵਿਊ ਨਹੀਂ ਹੋਇਆ ਜਾਂ ਇੰਟਰਵਿਊ ਹੋ ਚੁੱਕਿਆ, ਹੁਣ ਅਸੀਂ ਡੋਮੈਸਟਿਕ ਫਲਾਈਟ ਲੈਣੀ ਹੈ, ਸਾਨੂੰ ਮਸ਼ਵਰਾ ਦਿਓ ਅਸੀਂ ਕੀ ਕਰੀਏ। ਸਾਨੂੰ ਅਸੀਂ ਬੜੇ ਡਰੇ ਹਾਂ, ਲੋਕੀ ਕਹਿੰਦੇ ਜੀ ਨਾ ਟਰੈਵਲ ਕਰੋ, ਮਸਲਾ। ਦੇਖੋ ਪਹਿਲਾ ਸਵਾਲ ਦਾ ਜਵਾਬ ਹੈ ਵੇ ਕਿ ਮੇਰੇ ਕੋਲ ਕੋਈ ਕੇਸ ਐਸਾ ਆਇਆ ਹੀ ਨਹੀਂ ਜਿਹੜਾ ਅਜੇ ਤੱਕ ਫੜਿਆ ਗਿਆ ਹੋਵੇ, ਪਹਿਲੀ ਗੱਲ। ਦੂਸਰਾ, ਮੇਰੇ ਕੋਲ ਕੋਈ ਐਸਾ ਬੰਦਾ ਵੀ ਨਹੀਂ ਆਇਆ ਜਿਹਨੇ ਦੱਸਿਆ ਹੋਇਆ ਜੀ ਮੈਂ ਟਰੈਵਲ ਕੀਤਾ ਹੈ, ਬੜਾ ਅੱਛਾ ਰਿਹਾ, ਕੁਛ ਨਹੀਂ ਪਤਾ। ਮੇਰੇ ਕੋਲ ਕੋਈ ਐਸੀ ਗੱਲ ਕਿਸੇ ਨੇ ਅੱਜ ਤੱਕ ਡਿਸਕਸ ਨਹੀਂ ਕੀਤੀ। ਤੀਸਰੀ ਗੱਲ, ਜੋ ਮੀਡੀਆ ਤੋਂ ਮੈਂ ਦੇਖ ਕੇ ਦੇਖਣਾ ਵਾ, ਜੋ ਪੜ੍ਹਨਾ ਵਾ ਅਖਬਾਰਾਂ 'ਚ, ਜਿਹੜੇ ਲੋਕ ਅੱਜ ਤੱਕ ਫੜੇ ਗਏ ਨੇ ਉਹਨਾਂ ਦੇ ਰਿਮੂਵਲ ਆਰਡਰ ਆਏ ਗਏ ਸਨ। ਅਗਰ ਤੁਹਾਡਾ ਰਿਮੂਵਲ ਆਰਡਰ ਆਇਆ ਤਾਂ ਤੁਸੀਂ ਫੜੇ ਜਾਓਗੇ। ਇਹ ਤੇ ਹੋ ਗਏ 3 ਸਿਨੈਰੀਓ ਦੱਸਦੇ, ਲੇਕਿਨ ਇਹ 'ਚ ਸਭ ਤੋਂ ਇੰਪੋਰਟੈਂਟ ਗੱਲ ਪਤਾ ਕੀ ਹੈ ਕਿ ਬੋਬੀ ਵਕੀਲ ਨਹੀਂ ਹੈਗਾ। ਇਹ ਸਵਾਲ ਤੁਸੀਂ ਬੋਬੀ ਕੋਲ ਨਾ ਕਰੋ, ਇਹ ਸਵਾਲ ਤੁਸੀਂ ਜਾ ਕੇ ਵਕੀਲ ਕਰੋ। ਉਹਦੀ ਵਜ੍ਹਾ ਉਹਨੂੰ ਤੁਹਾਡੇ ਕੇਸ ਦਾ ਸਿਨੈਰੀਓ ਪਤਾ ਹੈ, ਤੁਸੀਂ ਕੀ ਪਲੀ ਲਈ ਹੈ ਉਹਨੂੰ ਪਤਾ ਹੈ, ਤੁਸੀਂ ਕਿਸ ਸਟੇਜ ਤੋਂ ਉਹਨੂੰ ਪਤਾ ਹੈ, ਔਰ ਉਹ ਵਕੀਲ ਹੈ, ਉਹਨੂੰ ਬੋਬੀ ਤੋਂ ਜ਼ਿਆਦਾ ਪਤਾ ਹੈ। ਉਹ ਤੁਹਾਨੂੰ ਅਸਲ ਗੱਲ ਦੱਸੇਗਾ, ਉਹ ਫੈਸਲਾ ਕਰੇਗਾ, ਕਿਉਂਕਿ ਇਹਦੇ ਵਿੱਚ ਤੁਹਾਡੇ ਫਸਣ ਦੇ ਚਾਂਸ ਨੇ। ਜੇ ਤੁਸੀਂ ਗ੍ਰਿਫਤਾਰ ਹੋ ਕੇ ਬੋਬੀ ਨੇ ਗਏ ਟਰੈਵਲ ਕਰ ਲਓ, ਤੇ ਜੇ ਤੁਸੀਂ ਬੱਸਾਂ ਤੇ ਵੈਗਨਾਂ ਤੇ ਗਏ ਤਾਂ ਤੁਸੀਂ ਫਿਰ ਕਹਿਣਾ ਦੇਖ ਯਾਰ ਕੁਝ ਵੀ ਨਹੀਂ ਹੁੰਦਾ, ਐਵੇਂ ਸਾਨੂੰ ਬੋਬੀ ਨੇ ਡਰਾਇਆ ਸੀ। ਇਸ ਵਾਸਤੇ ਇਹ ਵਾਲੀ ਜਿਹੜਾ ਹੈਗਾ ਨਾ ਪਾਣੀ, ਇਹਦੇ 'ਚ ਬੋਬੀ ਪੈਰ ਨਹੀਂ ਰੱਖਦਾ, ਕਿਉਂਕਿ ਬੋਬੀ ਵਕੀਲ ਨਹੀਂ। ਇਹ ਤੁਸੀਂ ਵਕੀਲ ਕੋ ਪੁੱਛੋ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।